सतनाम श्री वाहिगुरु साहिब जी। गुजरी महला पहला। कवन कवन जाचै प्रभ दाते, ताके अंत न परह सुमार। जैसी भूख होए अब अंतर, तू समरथ सच देवनहार। ऐ जी जप तप संजम सच आधार। हर हर नाम देह सुख पाइयै, तेरी भगत भरे भंडार। हर हर नाम देह सुख पाइयै, तेरी भगत भरे भंडार। वाहिगुरु जी का खालसा, वाहिगुरु जी की फतेह। परम सत्कार्योग गुरु गुरु खालसा साध संगत जीओ। धन धन श्री गुरु ग्रंथ साहिब महाराज जी की अपार किरपा सदका इस पावन स्थान ते गुरबाणी की जो लड़ीवार कथा चल रही है, तिस दे तहत गुजरी राग दे विच गुरु नानक देव महाराज जी की पावन बाणी जो अष्टपदियां दे रूप विच है, तिस दे विचों पावन शब्द जो विचार अधीन है, ये पावन शब्द श्री गुरु ग्रंथ साहिब महाराज जी के पावन अंग 403 ਅਤੇ 404 अंग ते सुभाएमान है। इस पावन शब्द दे विच गुरु पातशाह जी जो उपदेश बख्शिश कर रहे हैं, गुरमुख की अवस्था नूं गुरु पातशाह जी बयान करते हैं। गुरबाणी दे विच मनमुख की अवस्था भी दसी है, गुरमुख की अवस्था भी दसी है, साधक की अवस्था भी दसी है जिहड़ा अजे साधना कर रहा है। मनमुख की भगत की भाव के हर एक की अवस्था सतगुरु ने दसी है। इत्थे महाराज हुण गुरमुख की अवस्था दसदे ने। गुरमुख वाहिगुरु दे चरणां दे विच यही अरदास करदा है, मालक तेरा नाम ही मेरे वास्ते जप तप संजम सारा कुछ यही है। भाव मैनू वखरे तौर ते कोई होर मंत्र जपण की लोड़ नहीं, कोई अलहदा तो होर कोई तप करन की लोड़ नहीं, जां किसी भी तरह का होर संजम रखण की लोड़ नहीं है। मालक किरपा कर बस ये नाम मैनू दे, तेरी भगती दे भंडारे भरे पे ने, तू किरपा कर सानू नाम दा दान बख्श। तेरा नाम जपदे रहिए, यही साडी इच्छा है, यही साडी कामना है। किरपा कर तेरा नाम ही जपदे रहिए। आओ सतगुरु गुरु नानक देव महाराज जी बख्शिश कर रहे ने। गुजरी राग दे विच सतगुरु जी का यह शब्द अष्टपदियां दे रूप विच है। समा सीमित है, आपां समय के दायरे विच रहिंदियां होइयां शब्द की विचार नाल सांझ पाणी है। अज का जो पावन दिहाड़ा है, धन धन श्री गुरु ग्रंथ साहिब महाराज जी का पावन गुरता गुरगद्दी पुरब भी है। सो आओ सतगुरु के चरणों में बिरतियां जोड़ के लाहा प्राप्त करिए। प्यार नाल आखो सतनाम श्री वाहिगुरु साहिब जी। गुजरी महला पहला।
ਗੁਜਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ, ਕਵਨ ਕਵਨ ਜਾਚੈ ਪ੍ਰਭ ਦਾਤੇ, ਤਾਂ ਕਿ ਅੰਤ ਨ ਪਰੈ ਸਮਾਰ। ਵਾਹਿਗੁਰੂ ਹੀ ਦਾਤਾ ਹੈ ਤੇ ਵਾਹਿਗੁਰੂ ਦੇ ਦਾਤੇ ਦੇ ਦਰ ਤੇ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਲੋਕ ਮੰਗ ਰਹੇ ਹਨ, ਕੀ ਕੁਝ ਮੰਗ ਰਹੇ ਹਨ, ਕਿੰਨੇ ਕੁ ਲੋਕ ਮੰਗ ਰਹੇ ਨੇ ਪਤਾ ਹੀ ਨਹੀਂ ਹੈ। ਦੇਵੀ ਦੇਵਤੇ, ਦਾਨਵ, ਮਨੁੱਖ, ਹੋਰ ਸਾਰੇ ਜੀਵ ਜੰਤੂ ਰੱਬ ਕੋਲੋਂ ਹੀ ਮੰਗਦੇ ਨੇ ਤੇ ਰੱਬ ਸਾਰਿਆਂ ਨੂੰ ਹੀ ਦਾਤਾਂ ਦਿੰਦਾ ਹੈ। ਕਵਨ ਕਵਨ ਜਾਚੈ ਪ੍ਰਭ ਦਾਤੇ, ਕਿਹੜੇ ਕਿਹੜੇ ਰੱਬ ਕੋਲੋਂ ਜਾਚਕ ਬਣ ਕੇ ਜਾਚਨਾ ਕਰਕੇ ਮੰਗਦੇ ਨੇ, ਉਹ ਵਾਹਿਗੁਰੂ ਦਾਤੇ, ਤਾਂ ਕਿ ਅੰਤ ਨਾ ਪਰੈ ਸੁਮਾਰ। ਉਹ ਮੰਗਣ ਵਾਲਿਆਂ ਦਾ ਅੰਤ ਨਹੀਂ, ਪਤਾ ਨਹੀਂ ਕਿੰਨੇ ਕੁ ਹਨ ਔਰ ਹਰ ਸਮੇਂ ਮੰਗ ਰਹੇ ਹਨ। ਮਹਾਰਾਜ ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਬਿਆਨ ਕਰਦੇ ਨੇ ਕਿ ਦੇਂਦਾ ਦੇ ਲੈਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਾਤਾਰ। ਉਹ ਦਾਤੇ ਕੋਲੋਂ ਮੰਗਦੇ ਨੇ, ਦਾਤਾ ਦੇ ਹੀ ਜਾਂਦਾ ਹੈ, ਦੇ ਹੀ ਜਾਂਦਾ ਹੈ। ਦਾਤਾ ਦਿਨ ਰਾਤ ਵਾਰ ਵਾਰ ਜੀ ਪੁਕਾਰ ਕਰਦੇ ਨੇ, ਮਾਲਕ ਸਾਨੂੰ ਇਹ ਚਾਹੀਦਾ ਹੈ। ਜੋ ਵੀ ਮੰਗਦੇ ਨੇ ਉਹ ਦਿੰਦਾ ਹੈ। ਕਿੰਨੇ ਕੁ ਮੰਗਣ ਵਾਲੇ ਹਨ, ਗਿਣਤੀ ਨਹੀਂ ਹੈ। ਜੈਸੀ ਭੂਖ ਹੋਏ ਅਬ ਅੰਤਰ, ਤੂੰ ਸਮਰੱਥ ਸਚ ਦੇਵਨਹਾਰ। ਜਿਸ ਤਰ੍ਹਾਂ ਦੀ ਕਿਸੇ ਦੇ ਅੰਦਰ ਭੁੱਖ ਹੈ, ਜਿਸ ਤਰ੍ਹਾਂ ਦੀ ਵੀ ਇੱਛਾ ਹੈ, ਵਾਹਿਗੁਰੂ ਪਰਮਾਤਮਾ ਉਹੀ ਕੁਝ ਦੇ ਦਿੰਦਾ ਹੈ। ਜੋ ਵੀ ਜੀਵ ਮੰਗਦਾ ਹੈ, ਜੋ ਵੀ ਮੰਗਦਾ ਹੈ, ਹਰ ਸਮੇਂ ਦੇ ਅੰਦਰ ਜੋ ਵੀ ਚਿਤਵਨੀ ਚੱਲਦੀ, ਮੈਨੂੰ ਇਹ ਕੁਝ ਚਾਹੀਦਾ ਹੈ, ਪਰਮਾਤਮਾ ਉਹ ਸੱਚਾ ਹੈ, ਦੇਵਨ ਵਾਲਾ ਹੈ, ਦਾਤਾ ਸਮਰੱਥ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਉਹੀ ਕੁਝ ਦੇ ਦਿੰਦਾ ਹੈ। ਐ ਜੀ ਜਪ ਤਵ ਸੰਜਮ ਸੱਚ ਆਧਾਰ। ਹੁਣ ਦੇਵੀ ਦੇਵਤੇ ਵੀ ਮੰਗਦੇ ਨੇ, ਦਾਨਵ ਵੀ ਮੰਗਦੇ ਨੇ, ਮਨੁੱਖ ਵੀ ਮੰਗਦੇ ਨੇ, ਹੋਰ ਵੀ ਜੀਵ ਜੰਤੂ ਮੰਗਦੇ ਨੇ, ਪਰ ਗੁਰਮੁਖ ਕੀ ਮੰਗਦਾ ਹੈ? ਆਪਾਂ ਆਮ ਲੋਕ ਜਿਹੜੇ ਨੇ ਉਹ ਰੱਬ ਕੋਲੋਂ ਮੰਗਦੇ ਨੇ ਪਦਾਰਥ, ਪਰ ਗੁਰਮੁਖ ਵੀ ਮੰਗਦਾ ਹੈ, ਉਹ ਪਦਾਰਥ ਨਹੀਂ ਮੰਗਦਾ। ਉਹ ਮੰਗਦਾ ਹੈ ਸਾਈਂ ਦਾ ਨਾਮ, ਵਾਹਿਗੁਰੂ ਦਾ ਨਾਮ, ਕਿਉਂਕਿ ਉਹਨੂੰ ਪਤਾ ਲੱਗ ਗਿਆ ਜਿੱਥੇ ਨਾਮ ਆ ਗਿਆ ਉੱਥੇ ਸਾਰਾ ਕੁਝ ਆਪਣੇ ਆਪ ਹੀ ਚੱਲ ਕੇ ਆ ਜਾਂਦਾ ਹੈ, ਤੇ ਜਿੱਥੇ ਨਾਮ ਨਹੀਂ ਹੈ, ਜਿਵੇਂ ਭਿੱਖਿਆ ਮੰਗਣ ਵਾਲੇ ਭਿਖਾਰੀ ਨੇ ਨਾ, ਉਹ ਆਪਾਂ ਵੇਖਦੇ ਹਾਂ ਮੰਗਦੇ ਨੇ ਰੁਪਈਆ, 2 ਰੁਪਈਏ, 5 ਰੁਪਈਏ, 10 ਰੁਪਈਏ, ਤੇ ਸਾਰੀ ਉਮਰ ਮੰਗਦੇ ਹੀ ਲੱਗ ਜਾਂਦੀ। ਰੋਜ਼ ਹੀ ਮੰਗਦੇ ਨੇ, ਰੋਜ਼ ਹੀ ਕੁਝ ਨਾ ਕੁਝ ਉਹਨਾਂ ਨੂੰ ਪੈਸੇ ਇਕੱਠੇ ਹੋ ਜਾਂਦੇ ਨੇ, ਉਹਨਾਂ ਦਾ ਗੁਜ਼ਾਰਾ ਚੱਲਦਾ ਹੈ। ਪਰ ਇੱਕ ਐਸਾ ਭਿਖਾਰੀ ਹੈ, ਉਹਨੇ ਆਮ ਲੋਕਾਂ ਤੋਂ ਨਹੀਂ ਮੰਗਿਆ, ਉਹ ਬਾਦਸ਼ਾਹ ਦੇ ਘਰ ਚਲਾ ਗਿਆ। ਬਾਦਸ਼ਾਹ ਦੇ ਕੋਲ ਜਾ ਕੇ ਉਹਨੇ ਪੁਕਾਰ ਕੀਤੀ, ਬਾਦਸ਼ਾਹ ਮੈਂ ਤੇਰੀ ਰਈਅਤ ਹਾਂ, ਮੈਂ ਭਿਖਾਰੀ ਹਾਂ, ਬਹੁਤ ਦੁਖੀ ਹਾਂ, ਮੈਂ ਹੋਰ ਥਾਂ ਤੋਂ ਨਹੀਂ ਮੰਗਣਾ, ਵਾਰ ਵਾਰ ਮੈਂ ਤੇਰੇ ਕੋਲ ਆਇਆ ਹਾਂ, ਤੂੰ ਕਿਰਪਾ ਕਰ ਦੇ। ਬਾਦਸ਼ਾਹ ਕਹਿੰਦਾ ਤੂੰ ਮੇਰੇ ਤੇ ਭਰੋਸਾ ਰੱਖਿਆ ਹੈ, ਹੋਰ ਥਾਂ ਤੋਂ ਨਹੀਂ ਮੰਗਣਾ? ਕਹਿੰਦਾ ਨਹੀਂ ਮੰਗਣਾ ਹੋਰ ਥਾਂ ਤੋਂ। ਕਹਿੰਦਾ ਜਾ ਫਿਰ ਤੈਨੂੰ ਇੰਨੇ ਪਿੰਡ ਦਾਨ ਵਿੱਚ ਦਿੱਤੇ, ਇੰਨੇ ਪਿੰਡਾਂ ਦਾ ਤੂੰ ਚੌਧਰੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਏਕ ਘੜੀ ਰਾਜ ਦੁਆਰ ਕਰਤ ਜੁਹਾਰ ਜਨ।
ਏਕ ਘੜੀ ਪਾਸ਼ੈ ਦੇਸ਼ ਭੋਗਤਾ ਹੋਏ ਖਾਤ ਹੈ। ਇੱਕ ਘੜੀ ਜਾ ਕੇ ਕਿਤੇ ਮੰਗਿਆ, ਬਾਦਸ਼ਾਹ ਨੇ ਕਿਸੇ ਸ਼ਹਿਰ ਦਾ ਇਲਾਕੇ ਦਾ ਚੌਧਰੀ ਬਣਾਤਾ, ਜਾ ਵੀ ਤੈਨੂੰ ਇਹ ਇਲਾਕਾ ਦਿੱਤਾ। ਹੁਣ ਭਿਖਾਰੀ ਤਾਂ ਉਹ ਵੀ ਸੀ, ਪਰ ਉਹ ਭਿਖਾਰੀ ਬਾਜ਼ਾਰ ਵਿੱਚ ਜਿਹੜੇ ਮੰਗਣ ਵਾਲੇ ਨੇ, ਰੋਜ਼ ਵਿਚਾਰੇ ਮੰਗਣ ਆਉਂਦੇ ਨੇ, ਕਦੇ ਕਿਹਦੇ ਕੋਲੋਂ ਮੰਗ, ਕਦੇ ਕਿਹਦੇ ਕੋਲੋਂ ਮੰਗ, ਤੇ ਪੂਰੀ ਨਹੀਂ ਪੈਂਦੀ। ਪਰ ਇੱਕ ਨੇ ਕੇਵਲ ਬਾਦਸ਼ਾਹ ਦਾ ਆਸਰਾ ਲਿਆ, ਹੋਰ ਕੋਈ ਥਾਂ 'ਤੇ ਨਹੀਂ, ਕਹਿੰਦਾ ਜਾਣਾ ਮੈਂ ਮਰ ਜਾਵਾਂਗਾ, ਹੋਰ ਤੋਂ ਨਹੀਂ ਮੰਗਾਂਗਾ। ਬਾਦਸ਼ਾਹ ਨੇ ਖੁਸ਼ ਹੋ ਕੇ ਉਹਨੂੰ ਰਾਜ ਦੇ ਦਿੱਤਾ, ਭਾਗ ਦੇ ਦਿੱਤਾ। ਇਸੇ ਤਰ੍ਹਾਂ ਆਪਣੀ ਇੱਥੋਂ ਮੰਗ ਨਾ ਪੂਰੀ ਹੋਵੇ, ਆਪਣਾ ਕਦੇ ਕਿਸੇ ਦੇਵੀ ਦੇਵਤੇ ਨੂੰ ਆਰਾਧ ਲਿਆ, ਕਦੇ ਕਿਸੇ ਦੀ ਪੂਜਾ ਕਰ ਲਈ, ਕਦੇ ਕਿਸੇ ਦੀ, ਕਦੇ ਰੱਬ ਨੂੰ ਯਾਦ ਕਰ ਲਿਆ, ਕਦੇ ਕਿੱਥੋਂ ਜਾ ਕੇ ਮੰਗ ਲਿਆ, ਭਿਖਾਰੀਆਂ ਦੀ ਤਰ੍ਹਾਂ। ਪਰ ਇੱਕ ਭਿਖਾਰੀ ਕਹਿੰਦਾ ਮੈਂ ਹੋਰ ਥਾਂ ਤੋਂ ਨਹੀਂ ਮੰਗਣਾ। ਉਹਨੂੰ ਫਿਰ ਵਾਹਿਗੁਰੂ ਨਿਰੰਕਾਰ ਕਹਿੰਦਾ ਤੂੰ ਮੇਰਾ ਹੋ ਗਿਆ ਹੈ, ਜਾ ਤੈਨੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣਾ ਦਿੱਤਾ। ਗੁਰਬਾਣੀ ਵਿੱਚ ਬਚਨ ਆਉਂਦੇ ਨੇ ਮਹਾਰਾਜ ਜੀ ਦੇ, ਪਾਤਸ਼ਾਹ ਕਹਿੰਦੇ ਬਸਤਾ ਟੁੰਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਥਰ ਨਾ ਇਠ ਧਨ ਰੂਪਹੀਨ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਪਰਮਾਤਮਾ ਕਹਿੰਦਾ ਜਾ ਸਾਰੀ ਸ੍ਰਿਸ਼ਟੀ ਦਾ ਤੂੰ ਰਾਜਾ ਹੈ, ਆਨੰਦ ਲੈ, ਸਾਰੇ ਜੀਵ ਤੇਰੇ ਹੁਕਮ ਦੇ ਵਿੱਚ ਨੇ। ਤਾਂ ਗੁਰਮੁਖ ਉਹਨੂੰ ਸਮਝ ਆ ਗਈ ਵੀ ਰੋਜ਼ ਮੰਗਣ ਵਾਲਾ ਕੰਮ ਤਾਂ ਖਰਾਬ ਹੈ, ਆਪਾਂ ਇੱਕੋ ਥਾਂ ਤੋਂ ਇੱਕੋ ਵਾਰੀ ਮੰਗੀਏ। ਤਾਂ ਫਿਰ ਦਾਤ ਮਿਲ ਗਈ। ਗੁਰਮੁਖ ਕਹਿੰਦਾ ਮੈਨੂੰ ਹੁਣ ਹੋਰ ਜਪ ਕਰਨ ਦੀ ਲੋੜ ਨਹੀਂ, ਹੋਰ ਮੰਤਰ ਕਰਨ ਦੀ, ਹੋਰ ਕਿਸੇ ਦਰ 'ਤੇ ਜਾਣ ਦੀ ਲੋੜ ਨਹੀਂ, ਕਿਸੇ ਹੋਰ ਦਾ ਮੰਤਰ ਜਪਣ ਦੀ ਲੋੜ ਨਹੀਂ। ਤਪ ਕਰਨਾ, ਘਾਲਣਾ ਘਾਲਣੀ, ਕੋਈ ਸੇਵਾ ਕਰਨੀ ਜਾਂ ਸਾਧਨਾ ਕਰਨੀ, ਪੁੱਠੇ ਲਟਕਣਾ, ਅੰਨ ਛੱਡਣਾ, ਇਸ ਤਰ੍ਹਾਂ ਦਾ ਤਪ ਵੀ ਕਰਨ ਦੀ ਲੋੜ ਨਹੀਂ ਗੁਰਮੁਖ ਨੂੰ। ਸੰਜਮ ਰੱਖਣ ਦੀ ਲੋੜ ਨਹੀਂ, ਭਾਵ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ ਕਈ ਕਹਿੰਦੇ ਮੈਂ ਇੰਨਾ ਸਮਾਂ ਇਹ ਚੀਜ਼ ਦਾ ਤਿਆਗ ਕਰ ਦਿੰਦਾ ਹਾਂ। ਕਈ ਕੱਪੜੇ ਨਹੀਂ ਪਾਉਂਦੇ, ਇੱਕ ਵਸਤਰ ਧਾਰਨ ਜਿਹੜੇ ਨੇ ਦਿਗੰਬਰ ਹੋ ਜਾਂਦੇ ਨੇ, ਸਾਧੂ ਨਗਨ ਅਵਸਥਾ ਵਿੱਚ ਹੀ ਰਹਿੰਦੇ ਨੇ। ਸੰਜਮ ਰੱਖਿਆ ਉਹਨਾਂ ਨੇ ਜੀਵਨ ਦੇ ਵਿੱਚ। ਹੋਰ ਕਈ ਤਰ੍ਹਾਂ ਦਾ ਸੰਜਮ ਹੈ। ਗੁਰਮੁਖ ਇਸ ਤਰ੍ਹਾਂ ਦੇ ਕਰਮ ਨਹੀਂ ਕਰਦਾ, ਉਹ ਕੇਵਲ ਸੱਚ ਆਧਾਰ, ਸੱਚ ਨੂੰ ਆਧਾਰ ਬਣਾ ਲੈਂਦਾ ਹੈ, ਵਾਹਿਗੁਰੂ ਦੇ ਨਾਮ ਨੂੰ, ਰਹਿੰਦਾ ਸੰਸਾਰ ਦੇ ਵਿੱਚ ਹੈ। ਹਰ ਹਰ ਨਾਮ ਦੇ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ। ਵਾਹਿਗੁਰੂ ਸਾਨੂੰ ਤੂੰ ਨਾਮ ਦੇ, ਕਿਉਂਕਿ ਪਤਾ ਲੱਗ ਗਿਆ ਨਾਮ ਵਿੱਚੋਂ ਹੀ ਸਦੀਵੀ ਸੁਖ ਮਿਲਣਾ ਹੈ। ਹਰ ਹਰ ਨਾਮ ਦੇ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ। ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਨੇ, ਨਾਮ ਦੀ ਦੌਲਤ ਦੇ ਕਿਹੜਾ ਕਮੀ ਹੈ। ਕਿਣਕਾ ਸਾਨੂੰ ਵੀ ਦੇ ਦੇ ਨਾਮ ਦਾ ਦਾਨ, ਕਿਰਪਾ ਕਰ ਬਖਸ਼ਿਸ਼ ਕਰ। ਰਹਾਓ ਵਿਸ਼ਰਾਮ ਦੇ ਕੇ ਆਖਦੇ ਨੇ ਸੁਨ ਸਮਾਦ ਰਹੇ ਨਿਵ ਲਾਗੇ, ਏਕਾ ਏਕੀ ਸ਼ਬਦ ਵਿਚਾਰ। ਗੁਰਮੁਖਾਂ ਨੂੰ ਉਹ ਅਵਸਥਾ ਮਿਲ ਗਈ ਸੁਨ ਸਮਾਦ। ਸੁਨ ਜਿੱਥੇ ਕੋਈ ਫੁਰਨਾ ਨਹੀਂ ਹੈ, ਸਮਾਦ ਜਿੱਥੇ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਜਾਂਦਾ ਹੈ, ਕੋਈ ਮੁਸ਼ਕਲ ਰਹਿ ਹੀ ਨਹੀਂ ਜਾਂਦੀ। ਗੁਰਮੁਖ ਨੂੰ ਉਹ ਅਵਸਥਾ ਮਿਲ ਗਈ ਨਾਮ ਜਪ ਜਪ ਕੇ, ਜਿੱਥੇ ਕੋਈ ਵੀ ਦੁਨੀਆ ਦਾ ਫੁਰਨਾ ਨਹੀਂ ਪੈਦਾ ਹੁੰਦਾ। ਸਾਡੇ ਅੰਦਰ ਨਾ ਹਰ ਸਮੇਂ ਫੁਰਨੇ ਚੱਲਦੇ ਨੇ, ਵਿਚਾਰ ਚੱਲਦੀ, ਕਦੇ ਕੋਈ ਆ ਗਈ ਵਿਚਾਰ, ਇੱਦਾਂ ਕਰ ਲਵਾਂ ਇੱਦਾਂ ਕਰ ਲਵਾਂ, ਅਤੇ ਆਪਣੇ ਕਰਨ ਨਾਲ ਕੁਝ ਹੁੰਦਾ ਵੀ ਨਹੀਂ, ਆਪਾਂ ਐਵੇਂ ਹੀ ਫੁਰਨੇ ਕਰੀ ਜਾਂਦੇ ਹਾਂ। ਇਸ ਕਰਕੇ ਗੁਰਮੁਖ ਫੁਰਨੇ ਛੱਡ ਕੇ ਵਾਹਿਗੁਰੂ ਦੇ ਓਟ ਵਿੱਚ ਰਹਿਣ ਲੱਗ ਜਾਂਦਾ ਹੈ ਕਿ ਜੋ ਕੁਝ ਕਰਨਾ ਉਹ ਵਾਹਿਗੁਰੂ ਨੇ ਕਰਨਾ, ਆਪਾਂ ਐਵੇਂ ਚਿੰਤਾ ਕਰੀ ਜਾਈਏ। ਸਾਰਾ ਕੁਝ ਉਸੇ ਨੇ ਕਰਨਾ ਹੈ। ਆਪਾਂ ਨੂੰ ਫਿਕਰ ਹੈ ਨਾ ਸਾਡਾ ਪਰਿਵਾਰ ਕਿਵੇਂ ਪਲੇਗਾ, ਪਰਿਵਾਰ ਕਿਵੇਂ ਕਾਮਯਾਬ ਹੋਵੇਗਾ। ਜੇ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਪਰਿਵਾਰ ਤਾਂ ਉਹਦਾ ਵੀ ਸਫਲ ਹੋ ਜਾਂਦਾ। ਉਹ ਵਾਹਿਗੁਰੂ ਨੇ ਉਹਦਾ ਬਣਾਇਆ, ਹਰ ਇੱਕ ਜੀਵ ਦਾ ਭਾਗ ਲਿਖ ਕੇ ਭੇਜਿਆ ਹੈ।
ਹਾਂ ਮਨੁੱਖ ਨੇ ਆਪਣਾ ਕਰਮ ਕਰਨਾ, ਆਪਣੀ ਕਿਰਤ ਕਰਨੀ ਹੈ, ਪਰ ਚਿੰਤਾ ਨਹੀਂ ਕਰਨੀ ਵੀ ਕੀ ਬਣੇਗਾ ਅੱਗੇ। ਵਾਹਿਗੁਰੂ ਪਰਮਾਤਮਾ ਨੇ ਹਰ ਇੱਕ ਜੀਵ ਨੂੰ ਉਹਦਾ ਭਾਗ ਦੇ ਕੇ ਭੇਜਿਆ ਹੈ। ਗੁਰਮੁਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਨਾਮ ਜਪ ਕੇ ਅਫੁਰ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਦਾ ਆਪਣਾ ਕੋਈ ਫੁਰਨਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਉਹਨਾਂ ਦੀ ਲਿਵ ਲੱਗ ਜਾਂਦੀ, ਇੱਕੋ ਸ਼ਬਦ ਦੀ ਵਿਚਾਰ ਉਹਨਾਂ ਦੇ ਅੰਦਰ ਚੱਲਦੀ ਹੈ। ਕਿੱਥੇ ਪਹੁੰਚ ਜਾਂਦੇ ਨੇ ਉਹ? ਜਲ ਥਲ ਧਰਨ ਗਗਨ ਤੈ ਨਾਹੀ, ਆਪੇ ਆਪ ਕੀਆ ਕਰਤਾਰ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇਹ ਜਲ ਥਲ ਧਰਨ ਧਰਤੀ ਆਕਾਸ਼ ਇਹ ਕੁਝ ਵੀ ਨਹੀਂ ਹੈ, ਵਾਹਿਗੁਰੂ ਸਾਰੇ ਪਾਸੇ ਆਪ ਹੀ ਆਪ ਹੈ। ਇਹ ਜੋ ਕੁਝ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਨਾ, ਇਹ ਸਾਡੀ ਅਵਿਦਿਆ ਕਰਕੇ ਦਿਖਾਈ ਦੇ ਰਿਹਾ ਹੈ। ਜਦੋਂ ਵਾਹਿਗੁਰੂ ਦੇ ਵਿੱਚ ਜੀਵ ਲੀਨ ਹੁੰਦਾ ਹੈ, ਸੁਰਤ ਲੀਨ ਹੁੰਦੀ ਹੈ, ਫਿਰ ਪਤਾ ਲੱਗ ਜਾਂਦਾ ਵੀ ਇਹ ਤਾਂ ਕੁਝ ਵੀ ਨਹੀਂ ਹੈ, ਇਹ ਮਿਟ ਹੀ ਜਾਂਦਾ ਹੈ। ਸੰਸਾਰ ਨਹੀਂ ਰਹਿ ਜਾਂਦਾ, ਸੰਸਾਰ ਦਿਖਾਈ ਨਹੀਂ ਦਿੰਦਾ। ਭਾਵ ਐਸੀ ਉਹ ਮਨ ਦੀ ਅਵਸਥਾ ਜਿੱਥੇ ਸੰਸਾਰ ਅਭਾਵ ਹੋ ਜਾਂਦਾ ਹੈ, ਸੰਸਾਰ ਦੇ ਵਿਕਾਰ ਅਭਾਵ ਹੋ ਜਾਂਦੇ ਨੇ। ਜਿਵੇਂ ਕੋਈ ਬੰਦਾ ਡਾਕਟਰ ਜਦੋਂ ਉਹਨੂੰ ਇੰਜੈਕਸ਼ਨ ਲਾਉਂਦਾ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਹੁਣ ਉਹ ਬੰਦੇ ਦੇ ਸਵਾਸ ਚੱਲ ਰਹੇ ਨੇ, ਉਹਦੇ ਅੰਦਰ ਆਤਮਾ ਵੀ ਹੈ ਸਰੀਰ ਦੇ, ਪਰ ਉਹ ਸੰਸਾਰ ਨਾਲੋਂ ਟੁੱਟ ਜਾਂਦਾ ਬਿਲਕੁਲ। ਉਹਦੇ ਸਰੀਰ ਨੂੰ ਜਿਵੇਂ ਮਰਜ਼ੀ ਡਾਕਟਰ ਚੀਰਦੇ ਨੇ, ਫਾੜਦੇ ਨੇ, ਉਹਦਾ ਆਪਰੇਸ਼ਨ ਕਰਦੇ ਨੇ, ਉਹਨੂੰ ਦਰਦ ਵੀ ਨਹੀਂ ਹੁੰਦਾ, ਕਿਉਂਕਿ ਉਹ ਸੰਸਾਰ ਨਾਲੋਂ ਬਿਲਕੁਲ ਟੁੱਟ ਗਿਆ ਹੈ। ਉਹਨੂੰ ਦਵਾਈ ਦੇ ਦਿੱਤੀ, ਇੰਜੈਕਸ਼ਨ ਲਾਤਾ, ਉਹ ਬੇਹੋਸ਼ ਹੋ ਗਿਆ, ਐਸੀ ਅਵਸਥਾ ਵਿੱਚ ਚਲਾ ਗਿਆ ਜਿੱਥੇ ਸਰੀਰ ਦਾ ਸੰਬੰਧ ਵੀ ਨਹੀਂ ਰਹਿੰਦਾ। ਤੇ ਸਰੀਰ ਨੂੰ ਜੇ ਮਰਜ਼ੀ ਡਾਕਟਰ ਚੀਰਦੇ, ਫਾੜਦੇ ਨੇ, ਆਪਰੇਸ਼ਨ ਕਰਦੇ, ਫਿਰ ਸੀ ਦਿੰਦੇ ਨੇ ਉਹਨੂੰ। ਉਹ ਜਦੋਂ ਜਾਗਦਾ ਫਿਰ ਉਹਨੂੰ ਸਰੀਰ ਦਾ ਪਤਾ ਲੱਗਦਾ, ਦਰਦ ਹੁੰਦਾ ਹੈ, ਵਰਨਾ ਸਰੀਰ ਤਾਂ ਵੀ ਟੁੱਟ ਜਾਂਦਾ ਹੈ। ਇਸੇ ਤਰ੍ਹਾਂ ਨਾਮ ਜਪ ਕੇ ਉਹ ਅਵਸਥਾ ਸਦੀਵੀ ਕਾਲ ਮਿਲ ਜਾਂਦੀ ਹੈ। ਰਹਿੰਦਾ ਸਰੀਰ ਵਿੱਚ ਹੈ, ਤੁਰਿਆ ਫਿਰਦਾ ਸੰਸਾਰ ਦੇ ਵਿੱਚ ਹੀ ਹੈ, ਪਰ ਉਹ ਸੰਸਾਰ ਤੋਂ ਪਰੇ ਹੁੰਦਾ ਹੈ। ਜਿਹੜਾ ਬੰਦਾ ਬੇਹੋਸ਼ ਕੀਤਾ ਡਾਕਟਰਾਂ ਨੇ, ਕਦੀ ਉਹਨੂੰ ਪੁੱਛੋ ਵੀ ਸੰਸਾਰ, ਉਹਨੂੰ ਤੁਸੀਂ ਆਵਾਜ਼ ਮਾਰੋ ਬੋਲੇਗਾ ਹੀ ਨਹੀਂ, ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜਾਓ, ਹਾਲਾਂਕਿ ਉਹ ਜੀਵਦਾ ਹੈ। ਇਸੇ ਤਰ੍ਹਾਂ ਗੁਰਮੁਖ ਨਾਮ ਜਪ ਕੇ ਐਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ, ਉੱਥੇ ਸੰਸਾਰ ਦਾ ਕੋਈ ਫੁਰਨਾ ਨਹੀਂ ਪਹੁੰਚਦਾ। ਹੁੰਦਾ ਸੰਸਾਰ ਦੇ ਵਿੱਚ ਹੀ ਹੈ, ਹੁੰਦਾ ਪਰਿਵਾਰ ਦੇ ਵਿੱਚ ਹੀ ਹੈ। ਉਹ ਅਵਸਥਾ ਉਹਨੂੰ ਸਦੀਵੀ ਕਾਲ ਮਿਲ ਜਾਂਦੀ ਹੈ ਜਿੱਥੇ ਸੰਸਾਰ ਨਾਲੋਂ ਕੀ ਦੇਹ ਨਾਲੋਂ ਵੀ ਸੰਬੰਧ ਟੁੱਟ ਜਾਂਦਾ ਹੈ। ਮਹਾਰਾਜ ਕਹਿੰਦੇ ਉੱਥੇ ਫਿਰ ਕੀ ਹੈ? ਉੱਥੇ ਕੇਵਲ ਰੱਬ ਹੀ ਰੱਬ ਹੈ, ਬਸ ਹੋਰ ਕੋਈ ਹੈ ਹੀ ਨਹੀਂ। ਪਰ ਜੇ ਉਹ ਬੇਹੋਸ਼ ਨਹੀਂ ਕੀਤਾ ਤਾਂ ਉਹਨੂੰ ਇਹ ਮਾੜਾ ਜਿਹਾ ਦੇਖੋ, ਕੋਈ ਸੂਈ ਲਾ ਕੇ ਵੀ ਚੀਕਾਂ ਮਾਰਨ ਲੱਗ ਜਾਏਗਾ ਮਨੁੱਖ। ਇਸੇ ਤਰ੍ਹਾਂ ਆਪਾਂ ਨੂੰ ਇਸ ਸੰਸਾਰ ਦੇ ਦੁੱਖ ਸੁੱਖ ਵਿਆਪਤ ਹੋ ਰਹੇ ਨੇ। ਨਾਮ ਜਪ ਕੇ ਉਹ ਅਵਸਥਾ ਮਿਲ ਗਈ, ਸੁਨ ਸਮਾਦ ਅਨਹਤ ਤੈ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਉਹ ਜਿਹੜਾ ਬੰਦਾ ਬੇਹੋਸ਼ ਹੋਇਆ ਸੀ, ਉਹਨੂੰ ਪੁੱਛੋ ਤੂੰ ਕਿੱਥੇ ਗਿਆ ਸੀ? ਤੇਰਾ ਸਰੀਰ ਚੀੜਿਆ ਫਾੜਿਆ ਗਿਆ ਹੈ, ਸੂਈ ਨਾਲ ਸੀਵਿਆ ਹੈ, ਤੂੰ ਸੀ ਵੀ ਨਹੀਂ ਕੀਤੀ, ਤੂੰ ਕਿੱਥੇ ਚਲਾ ਗਿਆ ਸੀ? ਉਹ ਕੀ ਦੱਸੇਗਾ ਆਪਾਂ ਨੂੰ ਵੀ ਮੈਂ ਕਿੱਥੇ ਚਲਾ ਗਿਆ ਸੀ? ਸੁਨ ਸਮਾਦ ਅਨਹਤ ਤੈ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਉਹ ਦੱਸੀ ਨਹੀਂ ਜਾ ਸਕਦੀ ਅਵਸਥਾ ਕਿੱਥੇ ਚਲੀ ਗਈ ਸੀ ਸੁਰਤ। ਪਾਤਸ਼ਾਹ ਫਰਮਾਨ ਕਰ ਰਹੇ ਨੇ, ਨਾ ਤਦ ਮਾਇਆ ਮਗਨ ਨਾ ਛਾਇਆ, ਨਾ ਸੂਰਜ ਚੰਦ ਨਾ ਜੋਤ ਅਪਾਰ। ਉੱਥੇ ਨਾ ਮਾਇਆ, ਨਾ ਮਾਇਆ ਵਿੱਚ ਰਹਿਣ ਵਾਲੇ ਮਗਨ ਜੀਵ, ਨਾ ਮਾਇਆ ਦੀ ਛਾਇਆ, ਨਾ ਸੂਰਜ ਚੰਦਰਮਾ ਇਤਿਆਦਿਕ, ਇਹ ਕੁਝ ਵੀ ਨਹੀਂ। ਉੱਥੇ ਕੇਵਲ ਪਰਮਾਤਮਾ ਹੀ ਪਰਮਾਤਮਾ ਹੈ। ਸਰਬ ਦ੍ਰਿਸ਼ਟ ਲੋਚਨ ਅਵ ਅੰਤਰ ਏਕਾ, ਨਦਰ ਸੋ ਤਿਰ ਭਵਨ ਸਾਰ। ਸਰਬ ਦ੍ਰਿਸ਼ਟ ਲੋਚਨ ਅਵ ਅੰਤਰ,
ਏਕਾ ਨਦਰ ਸੋ ਤ੍ਰਿਭਾਵਨ ਸਾਰ। ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਕੇ ਉਹ ਦ੍ਰਿਸ਼ਟੀ ਮਿਲ ਜਾਂਦੀ ਹੈ ਜਿਸ ਨਾਲ ਰੱਬ ਦਿਖਣ ਲੱਗ ਜਾਂਦਾ ਹੈ। ਸਰਬ ਦ੍ਰਿਸ਼ਟ ਲੋਚਨ ਅਬ ਅੰਤਰ। ਉਹ ਅੱਖ ਸਾਡੇ ਅਬ ਨਾਮ ਹੈ ਹਿਰਦੇ ਦਾ, ਹਿਰਦੇ ਦੇ ਅੰਦਰ ਹੈ। ਤੇ ਮਹਾਰਾਜ ਕਹਿੰਦੇ ਉੱਥੇ ਪਤਾ ਲੱਗਦਾ ਹੈ ਏਕਾ ਨਦਰ ਸੋ ਤ੍ਰਿਭਾਵਨ ਸਾਰ। ਇੱਕ ਵਾਹਿਗੁਰੂ ਦੀ ਹੀ ਦ੍ਰਿਸ਼ਟੀ ਤਿੰਨਾਂ ਭਵਨਾਂ ਤੇ ਪੈ ਰਹੀ ਹੈ। ਉਹ ਤਿੰਨੇ ਭਵਨਾਂ ਨੂੰ ਵੇਖ ਰਿਹਾ ਹੈ, ਤਿੰਨੇ ਭਵਨ ਉਹਦੀ ਦ੍ਰਿਸ਼ਟੀ ਦੇ ਵਿੱਚ ਹਨ। ਸਾਰੇ ਪਾਸਿਓਂ ਵਾਹਿਗੁਰੂ ਹੀ ਵਾਹਿਗੁਰੂ ਹੈ, ਹੋਰ ਕੋਈ ਨਹੀਂ ਹੈ। ਪਵਨ ਪਾਣੀ ਅਗਨ ਤਿਨ ਕੀਆ, ਬ੍ਰਹਮਾ ਵਿਸ਼ਨੂੰ ਮਹੇਸ਼ ਆਕਾਰ। ਵਾਹਿਗੁਰੂ ਪਰਮਾਤਮਾ ਨੇ ਇਹ ਸਾਰਾ ਕੁਝ ਬਣਾਇਆ ਹੈ। ਹਵਾ ਬਣਾਈ, ਪਾਣੀ ਬਣਾਇਆ, ਅੱਗ ਬਣਾਈ, ਦੇਵਤੇ ਬਣਾਏ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਤਿਆਦਿਕ। ਇਹ ਸਾਰੇ ਆਕਾਰ ਜੋ ਕੁਝ ਵੀ ਬਣਾਇਆ ਹੈ ਵਾਹਿਗੁਰੂ ਨੇ ਬਣਾਇਆ। ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ। ਮਹਾਰਾਜ ਕਹਿੰਦੇ ਸਾਰੇ ਵਾਹਿਗੁਰੂ ਦੇ ਦਰ ਦੇ ਜਾਚਕ ਨੇ, ਭਿਖਾਰੀ ਨੇ। ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਹੀ ਦਾਤ ਦਿੰਦਾ ਹੈ। ਜਿਸ ਤਰ੍ਹਾਂ ਦੀ ਵੀ ਕੋਈ ਦਾਤ ਮੰਗਦਾ ਹੈ ਉਹ ਆਪਣੇ ਵਿਚਾਰ ਦੇ ਮੁਤਾਬਕ ਸਾਰਿਆਂ ਨੂੰ ਦਿੰਦਾ, ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ। ਉਹ ਜਦੋਂ ਦਿੰਦਾ ਹੈ ਨਾ ਉਹ ਆਪਣੀ ਮਨ ਮਰਜ਼ੀ ਨਾਲ ਦਿੰਦਾ ਹੈ। ਉਹ ਕਿਸੇ ਨੂੰ ਪੁੱਛਦਾ ਨਹੀਂ ਵੀ ਫਲਾਣੇ ਨੂੰ ਇਹ ਦੇ ਦਈਏ ਕਿ ਨਾ ਦੇਈਏ ਦਾਤ। ਐਸਾ ਉਹ ਵਾਹਿਗੁਰੂ ਹੈ ਜਿਹਦੇ ਦਰ 'ਤੇ ਸਾਰੇ ਦੇਵੀ ਦੇਵਤੇ, ਦਾਨਵ, ਮਨੁੱਖ, ਪਸ਼ੂ ਪੰਛੀ, ਜਾਨਵਰ ਸਾਰੇ ਹੀ ਉਹਦੇ ਕੋਲੋਂ ਮੰਗਦੇ ਨੇ। ਕੋਟ 33 ਜਾਚੈ ਪ੍ਰਭ ਨਾਇਕ, ਦੇਂਦੇ ਤੋਟ ਨਾਹੀ ਭੰਡਾਰ। 33 ਕਰੋੜ ਦੇਵਤੇ ਵਾਹਿਗੁਰੂ ਦੇ ਕੋਲੋਂ ਮੰਗਦੇ ਨੇ। ਵਾਹਿਗੁਰੂ ਸਾਰਿਆਂ ਦਾ ਨਾਇਕ ਹੈ, ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਉਹਦੇ ਭੰਡਾਰੇ ਵਿੱਚ ਕਮੀ ਵੀ ਨਹੀਂ ਆਉਂਦੀ। ਊਂਦੈ ਭਾਂਡੈ ਕਛ ਨਾ ਸਮਾਵੈ, ਸੀਧੈ ਅੰਮ੍ਰਿਤ ਭਰੈ ਨਿਹਾਰ। ਤੇ ਸਾਨੂੰ ਉਹ ਰੱਬ ਦਿਖਾਈ ਕਿਉਂ ਨਹੀਂ ਦਿੰਦਾ? ਜਾਂ ਸਾਨੂੰ ਆਪਾਂ ਨੂੰ ਕਈ ਵਾਰ ਐਸਾ ਹੁੰਦਾ ਆਪਾਂ ਕਹਿੰਦੇ ਹਾਂ ਵੀ ਅਸੀਂ ਇਹ ਦਾਤ ਮੰਗੀ ਸਾਨੂੰ ਤੇ ਮਿਲੀ ਨਹੀਂ ਹੈ। ਆਪਾਂ ਕਹਿ ਸਕਦੇ ਹਾਂ, ਕਹਿੰਦੇ ਹਾਂ ਵੀ ਸਾਨੂੰ ਤੇ ਮਿਲਿਆ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਤੇਰਾ ਹਿਰਦੇ ਦਾ ਭਾਂਡਾ ਪੁੱਠਾ ਸੀ। ਜਿਵੇਂ ਭਾਂਡਾ ਘਰ ਵਿੱਚ ਆਪਾਂ ਕੋਈ ਵਸਤੂ ਪਾਣੀ ਹੋਵੇ, ਭਾਂਡਾ ਸਿੱਧਾ ਹੋਵੇ, ਉਹਦੇ ਵਿੱਚ ਦੁੱਧ ਪਾਓ, ਉਹਦੇ ਵਿੱਚ ਪਾਣੀ ਪਾਓ, ਜੋ ਮਰਜ਼ੀ ਪਦਾਰਥ ਪਾ ਲਓ ਜੇ ਭਾਂਡਾ ਸਿੱਧਾ ਹੈ। ਜੇ ਭਾਂਡਾ ਪੁੱਠਾ ਹੈ ਤਾਂ ਉਹਦੇ ਵਿੱਚ ਕੋਈ ਵੀ ਵਸਤੂ ਨਹੀਂ ਸਮਾਵੇਗੀ, ਨਹੀਂ ਪਵੇਗੀ। ਜੇਕਰ ਆਪਾਂ ਕੋਈ ਚੀਜ਼ ਮੰਗੀ ਰੱਬ ਕੋਲੋਂ ਨਹੀਂ ਮਿਲੀ ਤਾਂ ਪਾਤਸ਼ਾਹ ਕਹਿੰਦੇ ਤੇਰੇ ਭਾਂਡੇ ਵਿੱਚ ਦੋਸ਼ ਹੈ, ਤੇਰਾ ਹਿਰਦੇ ਦਾ ਭਾਂਡਾ ਮੁੱਧਾ ਪਿਆ ਹੈ। ਇਹ ਭਾਂਡਾ ਸਿੱਧਾ ਕਿਵੇਂ ਹੋਏਗਾ? ਜਦੋਂ ਤੂੰ ਗੁਰੂ ਦਾ ਸ਼ਬਦ ਕਮਾਵੇਂਗਾ, ਜਦੋਂ ਬਾਣੀ ਪੜ੍ਹਨ ਲੱਗ ਜਾਵੇਂਗਾ ਨਾ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੁਰਗੱਦੀ ਪੁਰਬ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀ ਬਾਣੀ ਦੇ ਵਿੱਚ, ਕਹਿੰਦੇ ਭਾਈ ਗੁਰਮੁਖੋ ਗੁਰਬਾਣੀ ਵਿੱਚ ਸਾਰੀਆਂ ਦਾਤਾਂ ਨੇ, ਪਰ ਪ੍ਰਾਪਤ ਕਰਨ ਦੀ ਵਿਧੀ ਹੁੰਦੀ ਹੈ। ਜਿਵੇਂ ਸਮੁੰਦਰ ਦੇ ਵਿੱਚ ਬੜੇ ਕੀਮਤੀ ਰਤਨ ਮੋਤੀ ਹਨ, ਪਰ ਕਿੰਨੀ ਦੁਨੀਆ ਸਮੁੰਦਰ ਦੇ ਕਿਨਾਰੇ ਜਾਂਦੀ ਹੈ। ਬੜੇ ਲੋਕ ਸਮੁੰਦਰ ਨੂੰ ਘੁੰਮਣ ਜਾਂਦੇ ਨੇ, ਵੇਖਣ ਜਾਂਦੇ ਨੇ ਸਮੁੰਦਰ 'ਤੇ ਹਰ ਰੋਜ਼। ਫਿਰ ਕਈ ਤਾਂ ਕਿਨਾਰੇ 'ਤੇ ਘੁੰਮਦੇ ਨੇ, ਕਈ ਬੇੜੀਆਂ ਨਾਲ ਜਹਾਜ਼ ਵਿੱਚ ਬੈਠ ਕੇ ਨਾ, ਸਮੁੰਦਰੀ ਜਹਾਜ਼ ਵਿੱਚ ਸਮੁੰਦਰ ਦੇ ਵਿੱਚ ਘੁੰਮਦੇ ਨੇ, ਉੱਪਰ ਪਾਣੀ ਦੇ ਸਮੁੰਦਰ ਨੂੰ ਵੇਖਦੇ ਨੇ। ਪਰ ਸਮੁੰਦਰ ਦੀ ਗਹਿਰਾਈ ਵਿੱਚ ਕੀਮਤੀ ਰਤਨ ਪਏ ਨੇ, ਉਹ ਨਹੀਂ ਪ੍ਰਾਪਤ ਹੁੰਦੇ। ਉਹ ਜਿਹੜੇ ਕੀਮਤੀ ਰਤਨ ਨੇ ਨਾ, ਉੱਥੋਂ ਪ੍ਰਾਪਤ ਕਰਨ ਵਾਸਤੇ ਜ਼ਿੰਦਗੀ ਦਾ ਲੇਖੇ ਲਾਣੀ ਪੈਂਦੀ ਹੈ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਚੈ ਪ੍ਰਸਾਦ ਪਾਵੀ। ਜਾਂ ਤੇ ਹੰਸ ਜਾਂਦਾ ਉੱਥੇ, ਜਾਂ ਫਿਰ ਕੋਈ ਮਰਜੀਵੜਾ ਜਿਹੜਾ ਕਹਿੰਦਾ ਵੀ ਮਰਾਂਗੇ ਕੋਈ ਗੱਲ ਨਹੀਂ, ਮੈਂ ਸਮੁੰਦਰ ਦੀ ਖੋਜ ਕਰਨੀ। ਲੱਖਾਂ ਦੀ ਤਾਦਾਦ ਵਿੱਚ ਦੁਨੀਆ ਸਮੁੰਦਰ ਦੇ ਕਿਨਾਰੇ ਹੈ, ਪਰ ਕੋਈ ਵਿਰਲੇ ਨੇ, 2-4 ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਨੇ ਤੇ ਵਿੱਚੋਂ ਕੀਮਤੀ ਰਤਨ ਖੋਜ ਕੇ ਲਿਆਉਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੰਦਰ ਨੇ, ਇਹਨਾਂ ਵਿੱਚ ਵੀ ਕੀਮਤੀ ਰਤਨ ਭਰੇ ਪਏ ਨੇ।
ਬੜੀ ਦੁਨੀਆ ਆਉਂਦੀ ਹੈ, ਗੇੜਾ ਕੱਢ ਕੇ ਚਲੀ ਜਾਂਦੀ ਹੈ। ਸਮੁੰਦਰ ਦੇ ਕਿਨਾਰੇ ਜਿਵੇਂ ਲੋਕ ਜਾਂਦੇ, ਵੇਖਿਆ ਸਮੁੰਦਰ ਬੜਾ ਵਧੀਆ ਸੋਹਣਾ ਲੱਗਦਾ ਪਿਆ ਹੈ, ਵੇਖਿਆ, ਦਰਸ਼ਨ ਕੀਤੇ, ਘੁੰਮੇ ਫਿਰੇ, ਚਲੇ ਗਏ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਬਾਹਰੋਂ ਵੇਖਿਆ, ਵਾਹ ਜੀ ਵਾਹ, ਬੜੀ ਸੰਗਤ ਸੀ, ਬੜਾ ਵਧੀਆ ਕੀਰਤਨ ਹੋਇਆ, ਬੜੀ ਵਧੀਆ ਕਥਾ, ਬੜਾ ਵਧੀਆ ਲੰਗਰ ਚੱਲਿਆ, ਆਨੰਦ ਆ ਗਿਆ, ਖੋਜ ਕੋਈ ਨਹੀਂ ਕੀਤੀ, ਬਾ ਇੰਨੇ ਵਿੱਚ ਹੀ ਘੁੰਮ ਫਿਰ ਕੇ ਚਲੇ ਗਏ। ਦੂਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵੀ। ਜਿਵੇਂ ਪਹਾੜਾਂ ਦੀ ਸੈਰ ਕਰਨ ਵੀ ਲੋਕ ਜਾਂਦੇ ਨੇ, ਪਹਾੜਾਂ ਦੇ ਵਿੱਚ ਇਹ ਕੀਮਤੇ ਰਚਨ ਜਿਹੜੇ ਇਹ ਨਗ ਹੁੰਦੇ ਨੇ, ਜਿਹੜੇ ਕਈ ਤਰ੍ਹਾਂ ਦੇ ਪਾਰਸ ਆਦਿਕ ਹੋਰ ਵੀ, ਇਹ ਸਾਰੇ ਪਹਾੜਾਂ ਵਿੱਚੋਂ ਮਿਲਦੇ ਨੇ। ਪਰ ਜਿਹੜੇ ਸੈਰ ਕਰਨ ਜਾਂਦੇ ਨੇ, ਕਦੇ ਉਹਨਾਂ ਨੂੰ ਪੁੱਛੋ ਤੁਸੀਂ ਲਿਆਏ ਕੁਝ ਉੱਥੇ ਲੱਭ ਕੇ? ਕਹਿੰਦੇ ਲੱਭਣਾ ਕਿਸੇ, ਘੁੰਮ ਫਿਰ ਕੇ ਆ ਗਏ ਹਾਂ। ਕਿਸੇ ਨੇ ਚੰਗੇ ਉਸਤਾਦ ਕੋਲ ਬਹਿ ਕੇ ਕਲਾ ਸਿੱਖੀ ਪੱਥਰ ਦੀ, ਇਹਨਾਂ ਰਤਨਾਂ ਦੀ ਖੋਜ ਕਰਨੀ, ਫਿਰ ਉਹ ਪਹਾੜਾਂ ਵਿੱਚ ਜਾ ਕੇ ਉਹਨੇ ਪਹਾੜਾਂ ਦਾ ਸੀਨਾ ਚੀਰਿਆ, ਖੋਜ ਕੀਤੀ ਅਤੇ ਕੀਮਤੀ ਉੱਥੋਂ ਜਿਹੜੇ ਪੰਨੇ ਲਾਲ ਰਤਨ ਕੱਢ ਕੇ ਲਿਆਇਆ ਪਹਾੜਾਂ ਦੇ ਵਿੱਚੋਂ। ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬਨ ਵਿਖੇ ਮਲਿਆਗਰ ਕਪੂਰ ਸੋਧਾ, ਸੋਧ ਕੈ ਸੁਭਾਸੀ ਸੁਭਾਸ ਬੈਸਾਵੀ। ਵੱਡੇ ਵੱਡੇ ਜੰਗਲਾਂ ਵਿੱਚ ਨਾ ਕਪੂਰ, ਚੰਦਨ, ਇਸ ਤਰ੍ਹਾਂ ਦੇ ਹੁੰਦੇ ਨੇ ਬੂਟੇ, ਪਰ ਕੋਈ ਵਿਰਲਾ ਉਹਨਾਂ ਜੰਗਲਾਂ ਵਿੱਚ ਵੜਦਾ। ਜਦੋਂ ਉੜੀਸਾ ਵੱਲ ਜਾਈ, ਉਧਰ ਬੜੇ ਵੱਡੇ ਕਹਿੰਦੇ ਜੰਗਲ ਨੇ, ਜਿਨ੍ਹਾਂ ਨੂੰ ਵੇਖਿਆ ਦਿਨੇ ਵੀ ਡਰ ਲੱਗਦਾ ਉੱਥੋਂ ਲੰਘਣ ਲੱਗਿਆ, ਰਾਤ ਨੂੰ ਤੇ ਉੱਥੇ ਜਾਣਾ ਕਿਸੇ ਨੇ ਕੀ ਹੈ। ਐਸੇ ਜੰਗਲਾਂ ਵਿੱਚ ਜਿੱਥੇ ਇਸ ਤਰ੍ਹਾਂ ਦਾ ਸਮਾਂ ਹੁੰਦਾ ਨਾ, ਉੱਥੇ ਕੀਮਤੀ ਚੀਜ਼ਾਂ ਛੁਪੀਆਂ ਹੁੰਦੀਆਂ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਉੱਥੋਂ ਫਿਰ ਉਹ ਕੋਈ ਵਿਰਲਾ ਜਿਹੜਾ ਕਪੂਰ ਸੋਧਾ ਚੰਦਨ ਲੱਭ ਕੇ ਲਿਆਉਂਦਾ ਹੈ। ਇਸੇ ਤਰ੍ਹਾਂ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵਈ। ਗੁਰਬਾਣੀ ਵਿੱਚ ਭਾਈ ਸਾਰੇ ਪਦਾਰਥ ਨੇ, ਪਰ ਖੋਜ ਕੌਣ ਕਰੇ? ਸਾਧਨਾ ਕਰਨੀ ਪਵੇਗੀ, ਸਿਮਰਨ ਲਗਾਤਾਰ ਬਾਣੀ ਦਾ ਅਭਿਆਸ ਕਰੋਗੇ ਤੁਸੀਂ, ਕਰਕੇ ਵੇਖ ਲਓ ਲਗਾਤਾਰ, ਕੋਈ ਐਸੀ ਦਾਤ ਨਹੀਂ ਜਿਹੜੀ ਨਾ ਮਿਲੇ। ਹਾਂ, ਸਮਾਂ ਜ਼ਰੂਰ ਲੱਗੇਗਾ, ਜੇ ਆਪਣੀ ਕਿਸਮਤ ਮਾੜੀ ਹੈ, ਪਹਿਲਾਂ ਕੋਈ ਭਗਤੀ ਨਹੀਂ, ਤੇ ਆਪਾਂ ਨੂੰ ਭਗਤੀ ਜ਼ਿਆਦਾ ਕਰਨੀ ਪਵੇਗੀ। ਜਿਵੇਂ ਇੱਕ ਬੱਚਾ ਨਲਾਇਕ ਹੈ ਨਾ, ਤੇ ਉਹਨੂੰ ਪੜ੍ਹਾਈ ਜ਼ਿਆਦਾ ਕਰਨੀ ਪੈਂਦੀ। ਇੱਕ ਹੁਸ਼ਿਆਰ ਹੈ ਤੇ ਉਹ ਥੋੜ੍ਹੀ ਪੜ੍ਹਾਈ ਕਰਕੇ ਵੀ ਸਫਲ ਹੋ ਜਾਂਦਾ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਉਂਦਾ ਭਾਂਡਾ ਕਛ ਨਾ ਸਮਾਵੈ। ਜੇ ਭਾਂਡਾ ਪੁੱਠਾ ਪਿਆ ਹੋਵੇ, ਉਹਦੇ ਵਿੱਚ ਕੋਈ ਵੀ ਅੰਮ੍ਰਿਤ ਵਰਗੀ ਵਸਤੂ, ਚੰਗੀ ਵਸਤੂ ਨਹੀਂ ਪੈਂਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਸੇ ਤਰ੍ਹਾਂ ਹਿਰਦੇ ਦਾ ਭਾਂਡਾ ਪੁੱਠਾ ਹੈ ਤੇ ਉੱਥੇ ਨਾਮ ਛੇਤੀ ਨਹੀਂ ਟਿਕਦਾ, ਤੁਹਾਨੂੰ ਹੋਰ ਸਾਧਨਾ ਕਰਨ ਦੀ ਲੋੜ ਹੈ। ਸਿੱਧ ਸਮਾਧੀ ਅੰਤਰ ਜਾਚੈ, ਰਿਦ ਸਿੱਧ ਜਾਚ ਕਰੈ ਜੈਕਾਰ। ਵੱਡੇ ਵੱਡੇ ਸਿੱਧ ਪੁਰਸ਼ ਸਮਾਧੀਆਂ ਦੇ ਵਿੱਚ ਸਾਧਨਾ ਕਰਕੇ ਵਾਹਿਗੁਰੂ ਕੋਲੋਂ ਮੰਗਦੇ ਨੇ, ਰਿਧੀਆਂ ਸਿੱਧੀਆਂ ਦਾਤਾਂ ਮਿਲਦੀਆਂ ਨੇ, ਵਾਹਿਗੁਰੂ ਦਾ ਜੈ ਜੈਕਾਰ ਕਰਦੇ ਨੇ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ। ਜਿਸ ਤਰ੍ਹਾਂ ਦੀ ਕਿਸੇ ਦੇ ਅੰਦਰ ਪਿਆਸ ਹੈ, ਰੱਬ ਉਸ ਤਰ੍ਹਾਂ ਦੀ ਦਾਤ ਉਹਨੂੰ ਦੇ ਦਿੰਦਾ ਹੈ। ਕਿਉਂਕਿ ਜਿਹਦੀ ਪਿਆਸ ਹੋਏਗੀ, ਮਨੁੱਖ ਉਹਦੇ ਬਾਰੇ ਖੋਜ ਕਰੇਗਾ। ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੈ, ਆਪਾਂ ਉਹਦੀ ਖੋਜ ਕਰਨ ਲੱਗ ਜਾਂਦੇ ਹਾਂ, ਤੇ ਉਹ ਰੱਬ ਦੇ ਦਿੰਦਾ ਹੈ, ਜ਼ਰੂਰ ਕਿਰਪਾ ਕਰਦਾ ਹੈ। ਬੜੇ ਭਾਗ ਗੁਰ ਸੇਵੈ, ਆਪਣਾ ਭੇਦ ਨਾਹੀ ਗੁਰਦੇਵ ਮੁਰਾਰ। ਜਿਨ੍ਹਾਂ ਦੇ ਵੱਡੇ ਭਾਗ ਨੇ, ਉਹ ਆਪਣੇ ਗੁਰੂ ਨੂੰ ਅਰਾਧਦੇ ਨੇ, ਗੁਰੂ ਦਾ ਹੁਕਮ ਮੰਨਦੇ ਨੇ। ਗੁਰੂ ਵਿੱਚ ਰੱਬ ਵਿੱਚ ਕੋਈ ਫਰਕ ਨਹੀਂ ਹੈ। ਤਾਂ ਕੋ ਕਾਲ ਨਾਹੀ ਜਮ ਜੋਵੈ, ਬੂਝੈ ਅੰਤਰ ਸ਼ਬਦ ਵਿਚਾਰ। ਜਿਨ੍ਹਾਂ ਨੇ ਆਪਣੇ ਅੰਦਰ ਸ਼ਬਦ ਨੂੰ ਵਿਚਾਰ ਲਿਆ, ਸ਼ਬਦ ਨੂੰ ਧਾਰਨ ਕਰ ਲਿਆ, ਉਹਨਾਂ ਨੂੰ ਕਾਲ ਮੌਤ ਕੈੜੀ ਅੱਖ ਨਾਲ ਵੀ ਨਹੀਂ ਵੇਖ ਸਕਦੇ। ਮਾਰਨਾ ਤਾਂ ਕੀ ਹੈ, ਕਾਲ ਉਹਦੇ ਉੱਪਰ ਆਪਣਾ ਜ਼ੋਰ ਨਹੀਂ ਪਾ ਸਕਦਾ। ਅਬ ਤਬ ਅਵਰ ਨਾ ਮੰਗੋ ਹਰ ਪੈ, ਨਾਮ ਨਿਰੰਜਨ ਦੀਜੈ ਪਿਆਰ। ਅਬ ਤਬ ਹੁਣ ਤੇ ਕਿਸੇ ਵੀ ਸਮੇਂ, ਹੇ ਦਾਤਾ ਜੀ, ਮੈਂ ਕੋਈ ਹੋਰ ਚੀਜ਼ ਨਹੀਂ ਮੰਗਦਾ, ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦਿਓ, ਪਿਆਰ ਵਾਲੀ ਭਗਤੀ ਦੇਵੋ। ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ, ਹਰ ਜਸ ਦੀਜੈ ਕਿਰਪਾ ਧਾਰ। ਮਹਾਰਾਜ, ਮੇਰਾ ਮਨ ਬਬੀਹੇ ਦੀ ਤਰ੍ਹਾਂ ਹੈ, ਤੇ ਕਿਰਪਾ ਕਰੋ, ਆਪਣੇ ਨਾਮ ਦੀ ਸਵੰਤੀ ਬੂੰਦ ਬਖਸ਼ੋ। ਆਪਣੀ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਂ ਤੁਹਾਡਾ ਜਸ ਗਾਵਾਂ, ਤੁਹਾਡੀ ਸਿਫਤ ਸਲਾਹ ਕਰਾਂ, ਵਡਿਆਈ ਕਰਾਂ।
ਇਹ ਤੁਸੀਂ ਮੇਰੇ ਤੇ ਬਖਸ਼ਿਸ਼ ਕਰ ਦੇਵੋ। ਸਤਿਗੁਰੂ ਜੀ ਮਹਿਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਅੱਜ ਪਾਵਨ ਗੁਰਤਾ ਗੁਰਗੱਦੀ ਪੁਰਬ ਹੈ, ਆਪ ਸੰਗਤਾਂ ਨੂੰ ਸਤਿਗੁਰੂ ਜੀ ਦੇ ਪਾਵਨ ਗੁਰਤਾ ਗੁਰਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।